ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਦੋ ਐਸੇ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਭਾਰਤ ਚੀਨ ਨਾਲ ਜੰਗ ਛਿੜਨ ਦੀਆਂ ਸੰਭਾਵਨਾਵਾਂ ਹਨ। तो ਭਾਰਤ ਚੀਨ ਜੰਗ ਦੀ ਕਿੰਨੀ ਪੋਸਿਬਿਲਿਟੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਜੰਮੂ ਕਸ਼ਮੀਰ ਦੇ ਵਿੱਚ ਜੋ ਭਾਰਤ ਸਰਕਾਰ ਵੱਲੋਂ ਜੋ ਹੁਕਮ ਕੀਤੇ ਗਏ ਹਨ ਉਹ ਕਿਹੜੇ ਦੋ ਹੁਕਮ ਨੇ ਜਿਨ੍ਹਾਂ ਕਰਕੇ ਚੀਨ ਭਾਰਤ ਨਾਲ ਜੰਗ ਛਿੜਨ ਦੀਆਂ ਜੋ ਸੰਭਾਵਨਾਵਾਂ ਨੇ ਉਹ ਪੂਰੀਆਂ ਨੇ। ਸੋ ਇਸ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੱਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਭਾਰਤ ਔਰ ਚੀਨ ਦੇ ਵਿਚਕਾਰ ਕਾਫੀ ਕਸ਼ੀਦਗੀ ਦਾ ਮਾਹੌਲ ਤਾਂ ਹੈ ਹੀ ਸੀ, ਲੇਕਿਨ ਜਿਸ ਤੇਜ਼ੀ ਨਾਲ ਭਾਰਤ ਵੱਲੋਂ ਆਪਣੀ 에ਅਰ ਫੋਰਸ ਔਰ ਐਮਰਜੈਂਸੀ ਸਟ੍ਰਿਪ ਹੋਰ ਬਣਾਈ ਜਾ ਰਹੀ ਹੈ ਬਾਰਡਰ ਦੇ ਨੇੜੇ, ਉਹਨਾਂ ਦੇ ਟੈਂਕ ਔਰ ਸੋਫਿਸਟੀਕੇਟ ਜਹਾਜ਼ ਵੀ ਜਿਹੜੇ ਨੇ ਉਹ ਫਲਾਈ ਕਰ ਰਹੇ ਨੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਉਹਨਾਂ ਦਾ ਚੀਨ ਪ੍ਰਤੀ ਵੀ ਵਰਤਾਰਾ ਹੈ। ਹਾਲਾਂਕਿ ਬਹੁਤ ਸਾਰੀਆਂ ਖਬਰਾਂ ਵੀਕਐਂਡ ਤੇ ਐਸੀਆਂ ਵੀ ਆਈਆਂ ਕਿ ਕਿਵੇਂ ਚੀਨ ਨੇ ਭਾਰਤ ਦੇ ਇਹ RSS ਔਰ BJP ਵਾਲਿਆਂ ਨੂੰ ਵੀ ਪੂਰੀ ਤਰ੍ਹਾਂ ਕਾਣੇ ਕੀਤਾ ਹੋਇਆ ਹੈ। ਇਹੀ ਨਹੀਂ ਕਿ ਬੀਤੇ ਦੇ ਵਿੱਚ BJP ਨੂੰ ਚਾਈਨੀਜ਼ ਕੰਪਨੀਆਂ ਵੱਡੀ ਗਿਣਤੀ 'ਚ ਡੋਨੇਸ਼ਨ ਦਿੰਦੀਆਂ ਰਹੀਆਂ, ਹੁਣ ਵੀ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਨਾਂ ਥੱਲੇ ਮੋਦੀ ਨੇ ਆਪਣੇ ਨਾਂ ਤੇ ਖੁਲਾਇਆ ਹੋਇਆ, ਉਹ ਕੋਈ ਅਕਾਊਂਟੇਬਿਲਟੀ ਦੇ ਕੈਗ ਦੇ ਥੱਲੇ ਨਹੀਂ ਆਉਂਦਾ, ਉਹਦੇ ਪ੍ਰੋਵੀਜ਼ਨ ਦੇ ਥੱਲੇ। ਉਹਦੇ ਵਿੱਚ ਵੀ ਚਾਈਨੀਜ਼ ਕੰਪਨੀਆਂ ਨੇ ਵੱਡਾ ਅਮਾਉਂਟ ਡੋਨੇਟ ਕੀਤਾ, ਜਿਹਦੇ ਬਾਰੇ ਕਈਆਂ ਵੱਲੋਂ, ਕਾਂਗਰਸ ਵੱਲੋਂ ਖਾਸ ਤੌਰ ਤੇ ਔਰ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ ਮੋਦੀ ਤੋਂ ਕਿ ਇਹਨੂੰ ਵਾਪਸ ਕਰੋ। ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਇਹਨਾਂ ਦੇ ਲਈ ਇਹ ਤਾਂ ਪੂਜਦੇ ਹੀ ਲక్ష్ਮੀ ਨੂੰ ਨੇ, ਇਹਨਾਂ ਦਾ ਰੱਬ ਨਹੀਂ ਹੈ ਕੋਈ ਵੀ, ਇਹਨਾਂ ਦੀ ਰੱਬ ਲక్ష్ਮੀ ਹੈ। ਲక్ష్ਮੀ ਪੈਸੇ ਨੂੰ ਕਹਿੰਦੇ ਨੇ। ਜ਼ਾਹਰ ਹੈ ਹੁਣ ਜਦੋਂ ਮੈਂ ਇਹਨੂੰ ਥੋੜਾ ਬਹੁਤ ਸਮਝਣਾ ਸ਼ੁਰੂ ਕੀਤਾ ਹੈ ਕਿ ਵੀ ਇਹ ਆਲ ਆਫ ਏ ਸਡਨ ਇਸ ਕਿਸਮ ਦਾ ਇਧਰੋਂ ਮਾਹੌਲ, ਇਹਨਾਂ ਦੀ ਬਿਲਕੁਲ ਚੁੱਪੀ, ਮੋਦੀ ਦਾ ਇਹ ਕਹਿਣਾ, ਹੁਣ ਵੀ ਮੋਦੀ ਨੇ ਮਨ ਕੀ ਬਾਤ ਦੇ ਵਿੱਚ ਵੀ ਇਹੀ ਕਿਹਾ ਕਿ ਜੀ ਸਾਡੇ ਫੌਜੀ ਵੀਰ ਬਹਾਦਰ ਜਿਨ੍ਹਾਂ ਨੇ ਦੁਸ਼ਮਣ ਨੂੰ ਜਿਹੜਾ ਉਹ ਮੂੰਹ ਤੋੜ ਜਵਾਬ ਦਿੱਤਾ, ਇਹ ਹੁਣ ਇਹ ਐਵੇਂ ਨਹੀਂ ਹੈ। ਚੀਨ ਨੇ ਸਾਰੇ ਕਾਣੇ ਕੀਤੇ ਹੋਏ ਨੇ। ਹੁਣ 15 ਮੁਲਾਕਾਤਾਂ ਦਾ ਜ਼ਿਕਰ ਤਾਂ ਹੁੰਦਾ ਹੈ, 18 ਮੁਲਾਕਾਤਾਂ ਜਿਹੜੀਆਂ ਮੋਦੀ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਸ਼ੀ ਜਿਨਪਿੰਗ ਨਾਲ ਕੀਤੀਆਂ। ਹੁਣ ਇਹ ਵੀ ਸਾਹਮਣੇ ਆਇਆ ਵੀ ਜਦੋਂ ਇਹ ਗੁਜਰਾਤ ਦਾ ਚੀਫ ਮਿਨਿਸਟਰ ਸੀ, 5 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਇਹ ਚਾਈਨਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਦੂਜੇ ਸੂਬਿਆਂ ਦੇ ਵੀ ਨੇ, ਕਿੰਨਾ ਕੁ ਤੁਸੀਂ ਦੇਖਦੇ ਹੋ ਜੇ ਆਣ ਵੀ ਕੋਈ ਪ੍ਰਾਈਵੇਟ ਸੈਰ ਸਪਾਟੇ ਲਈ ਆਉਂਦੇ ਨੇ, ਲੇਕਿਨ ਗੁਜਰਾਤ ਦੇ ਚੀਫ ਮਿਨਿਸਟਰ ਹੁੰਦੇ ਆ 5 ਵਾਰ ਚੀਨ ਜਾਣ ਦਾ ਮਤਲਬ ਹੈ ਵੀ ਇਹਨੂੰ ਉਹਨਾਂ ਨੇ ਜਿਹੜਾ ਉਹ ਜਿਵੇਂ ਕਹਿੰਦੇ ਵੀ ਟਿਕਾਇਆ ਹੋਇਆ। ਔਰ ਜ਼ਾਹਿਰ ਹੈ ਵੀ ਮੈਨੂੰ ਇਹ ਵੀ ਸੀ ਕਿ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੋਗ ਹੈ, ਜਿਹੜਾ ਹੁਣ ਵੀ ਕਹਿ ਰਿਹਾ ਕਿ ਜੀ ਤਿੱਬਤ ਦਾ ਛੱਡੋ ਕੀ ਹੈ, ਉਹ ਤਾਂ ਉਹਨਾਂ ਨੇ ਆਲਰੇਡੀ ਕਰ ਲਿਆ ਤਿੱਬਤ ਤੋਂ। ਔਰ ਦੂਜਾ ਇਹ ਹੁਣ ਇਹ ਵੀ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਹੈ ਕਿ ਜੀ ਮੇਰੀ ਗੱਲ ਤਾਂ ਚੀਨੀਆਂ ਨੇ ਸੁਣੀ, ਇਸ ਲਈ ਮਾਨਸਰੋਵਰ ਦੇ ਨਹਾਉਣ ਦੀ ਵੀ ਸਾਨੂੰ ਇਜਾਜ਼ਤ ਦਿੱਤੀ ਹਿੰਦੂਆਂ ਨੂੰ। ਔਰ ਦੂਜਾ ਵੀ, ਔਰ ਉਹ ਸਭ ਤੋਂ ਵੱਡਾ ਐਕਸਪਰਟ ਬਣਿਆ ਹੋਇਆ, ਉਹ ਫ੍ਰੀਕੁਐਂਟਲੀ ਆਉਂਦਾ ਜਾਂਦਾ ਰਿਹਾ। ਸੋ ਜਿਵੇਂ ਇਹਨਾਂ ਦੀ RSS ਦੀ ਹਾਈ ਕਮਾਂਡ ਨੇ ਨੇਪਾਲ ਦੇ ਵਿੱਚ ਘੁਸਪੈਠ ਕਰਕੇ ਸਿੱਧੇ ਤੌਰ ਤੇ ਵਿਸ਼ਵ ਹਿੰਦੂ ਪਰਿਸ਼ਦ ਔਰ RSS ਦੇ ਨਾਲ ਨੇਪਾਲ ਦਾ ਰਾਜ ਘਰਾਣਾ ਸੰਬੰਧ ਬਣਾਉਂਦਾ ਸੀ, ਔਰ ਇਹਨਾਂ ਦੀਆਂ ਵਿਸ਼ਵ ਹਿੰਦੂ ਪਰਿਸ਼ਦ ਔਰ ਉਹਨਾਂ ਦੀਆਂ ਕਾਨਫਰੰਸਿਸ ਨੇਪਾਲ 'ਚ ਹੁੰਦੀਆਂ ਰਹੀਆਂ। ਸੋ ਚੀਨ ਨਾਲ ਵੀ RSS ਨੇ, ਜਿਵੇਂ ਇਜ਼ਰਾਈਲ ਦੇ ਨਾਲ ਇਹ ਨਹੀਂ ਹੋਇਆ ਵੀ ਆਲ ਆਫ ਅ ਸਡਨ ਮੋਦੀ ਨੇ ਰੈਕਗਨਾਈਜ਼ ਕਰ ਲਿਆ, ਆਲਰੇਡੀ RSS ਰਾਹੀਂ ਚਾਈਨਾ ਦੀ ਮੋਸਾਦ ਦੇ ਨਾਲ ਔਰ ਉਹਨਾਂ ਦੇ ਨਾਲ ਇਹਨਾਂ ਨੇ ਸੰਬੰਧ ਬਣਾਏ ਹੋਏ ਸੀਗੇ। ਸੋ ਇੱਕ ਪਾਸੇ ਤਾਂ ਇਹ ਫੈਕਟ ਸਾਹਮਣੇ ਆਇਆ ਹੈ ਕਿ ਭਾਈ ਕਿਵੇਂ ਲਿਬਰਲੀ ਉਹ ਡੋਨੇਟ ਕਰਦੇ ਰਹੇ ਤੇ ਇਹ ਪੈਸਾ ਲੈਂਦੇ ਰਹੇ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਰ ਹੁਣ ਕਿਉਂਕਿ ਜਿਹੜਾ ਇਹਨਾਂ ਦਾ ਹੁਣ ਤੱਕ ਦਾ ਸਭ ਤੋਂ ਸਟਰੋਂਗ ਪਲੈਂਕ ਸੀ ਦੇਸ਼ ਭਗਤੀ ਦੇ ਨਾਂ ਥੱਲੇ ਔਰ ਹਿੰਦੂਤਵਾ ਔਰ ਦੁਸ਼ਮਣ ਔਰ ਪਾਕਿਸਤਾਨ ਨੂੰ ਜਿਹੜਾ ਉਹ ਪੂਰੀਆਂ ਗਾਲਾਂ ਕੱਢਣ ਦਾ ਕੰਮ ਇਹਨਾਂ ਦਾ ਸੀ, ਹੁਣ ਜਿਹੜਾ ਚੀਨ ਨੇ ਜਿਸ ਕਿਸਮ ਦਾ ਐਗਰੈਸਿਵ ਸਟਾਂਸ ਲਿਆ, ਉਸ ਤੋਂ ਬਾਅਦ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੁਣ ਇਹ ਇੱਕ ਜਿਹਨੂੰ ਵਾਰ ਹਿਸਟੀਰੀਆ ਕਹਿੰਦੇ ਨੇ ਉਹ ਕ੍ਰੀਏਟ ਕਰ ਰਹੇ ਨੇ। ਵੈਦਰ ਮੈਨੂੰ ਨਹੀਂ ਲੱਗਦਾ ਕਿ ਭਾਈ ਇਹ ਇੰਨੇ ਜੋਗੇ ਨੇ, ਜਦੋਂ ਖਾਸ ਤੌਰ ਤੇ ਕਾਣੇ ਵੀ ਕੀਤੇ ਹੋਣ ਕਿ ਚਾਈਨਾ ਦੇ ਨਾਲ ਇਹਨਾਂ ਦਾ ਕੀ ਮੁਕਾਬਲਾ ਹੈ। ਔਰ ਇਹ ਦੇਖਦਿਆਂ ਹੋਇਆ ਕਿ ਭਾਈ ਨਾ ਦੁਨੀਆ 'ਚ ਕਿਸੇ ਨੇ ਬਾਂਹ ਫੜੀ ਹੈ, ਜਿਹੜੇ ਉਹਨਾਂ ਦਾ ਅਸਲਾ ਵੀ ਹੈ
ਜੋ ਉਹਨਾਂ ਦੇ ਜਹਾਜ਼ਾਂ ਤੋਂ ਲੈ ਕੇ ਦੂਜੇ ਕੰਪੋਨੈਂਟ ਤਾਂ ਰੂਸ ਨੇ ਚੀਨ ਦੇ ਨਾਲ ਪਾਰਟਨਰਸ਼ਿਪ ਨਾਲ ਬਣਾਏ ਹੋਏ ਨੇ, ਮਿਸਾਈਲਾਂ ਨੇ ਜਾਂ ਈਵਨ Su-400 ਜਿਹੜੇ ਦਿੱਤੇ ਨਹੀਂ ਹੈ, ਡਿਲੀਵਰ ਨਹੀਂ ਕੀਤੇ ਹੈ। ਸੋ ਇਹ ਨਹੀਂ ਹੈ, ਲੇਕਿਨ ਜਦੋਂ ਤੁਸੀਂ ਇੱਕ ਵਾਰ ਹਿਸਟੀਰੀਆ ਕ੍ਰੀਏਟ ਕਰਦੇ ਹੋ ਤੇ ਫਿਰ ਉਹਦਾ ਇਹ ਹੁੰਦਾ ਹੈ ਕਿ ਜਿਹੜਾ ਵੀ ਇਹਦੇ ਖਿਲਾਫ ਕੋਈ ਬੋਲਦਾ ਉਹ ਦੇਸ਼ ਧਰੋਹੀ ਹੈ। ਹੁਣ ਈਵਨ ਜੇ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਨੇ, ਪ੍ਰੈਸ ਟਰਸਟ ਆਫ ਇੰਡੀਆ ਨੇ ਦਿੱਲੀ ਵਿਚਲੇ ਚੀਨੀ ਐਂਬੈਸਡਰ ਦੇ ਨਾਲ ਜਿਹੜਾ ਇੰਟਰਵਿਊ ਕੀਤਾ ਤੇ ਉਹਨਾਂ ਦਾ ਜਿਹੜੀ ਮਹਿਕਮਾ ਹੈ ਉਹਨਾਂ ਨੇ ਪੂਰਾ ਉਹਨਾਂ ਨੂੰ ਪ੍ਰਸਾਰ ਭਾਰਤੀ ਦੇ ਥੱਲੇ ਔਰ PTI ਨੂੰ ਜਿਹਦੇ ਥੱਲੇ ਦੂਜੇ ਕਹਿ ਰਹੇ ਨੇ, ਔਰ ਕੱਲ ਨੂੰ ਜੇ PTI ਨੂੰ ਬੰਦ ਕਰ ਦੇਣ ਜਾਂ ਕੋਈ ਹੈਰਾਨੀ ਨਹੀਂ ਹੋਏਗੀ, ਕਿਉਂਕਿ ਇਹਨਾਂ ਨੇ ਜਿਹੜੀ ਵੀ ਡੈਸੈਂਟ ਦੀ ਆਵਾਜ਼ ਹੈ ਉਹਨੂੰ ਦੇਸ਼ ਧਰੋਹ ਕਹਿ ਕੇ ਤਾਂ ਚੋਕ ਕੀਤਾ ਹੀ ਹੈ। ਆਪਣੀ ਜਿਹੜੀ ਸਰਕਾਰੀ ਏਜੰਸੀ ਵੀ ਹੈ PTI, ਉਹਦੇ ਖਿਲਾਫ ਵੀ ਉਹਨੂੰ ਵੀ ਕਹਿ ਰਹੇ ਨੇ ਜੇ ਇੰਟਰਵਿਊ ਕਰਨਾ ਜਿਹੜਾ ਦੇਸ਼ ਧਰੋਹ ਹੈ। ਔਰ ਜਦੋਂ ਅਸੀਂ ਦੇਖ ਰਹੇ ਹਾਂ ਵੀ ਇਹ ਕਸ਼ਮੀਰ, ਜੰਮੂ ਕਸ਼ਮੀਰ ਚ ਕਿਵੇਂ ਦੋ ਮਹਿਕਮਿਆਂ ਵੱਲੋਂ ਦੋ ਸਰਕੂਲਰ ਕੱਢ ਕੇ ਇੱਕ ਭੈ ਫੈਲਾਇਆ ਗਿਆ, ਪਰ ਉਸ ਤੋਂ ਪਹਿਲਾਂ ਜਿਹੜੀ ਲੇਟੈਸਟ ਖਬਰ ਹੈ, ਇੰਡੀਆ ਬੈਨਸ TikTok among 59 apps mostly Chinese, says prejudicial to sovereignty, integrity of India, also raises data mining and privacy concern. ਹੁਣ all of a sudden ਇਹ ਜਿਹੜਾ 59 apps ਨੂੰ ਬੰਦ ਕਰਨਾ ਹੈ ਚੀਨ, ਇਹ ਸਮੋਕ ਸਕਰੀਨ ਹੈ ਜੀ। ਅਸੀਂ ਚੀਨ ਨੂੰ TikTok ਨਾਲ ਕੀ ਫਾਇਦਾ ਹੁੰਦਾ, ਲੇਕਿਨ ਜਿਹੜਾ ਆਮ ਲੋਕਾਂ, ਕਿਉਂਕਿ ਸਰਕਾਰੀ ਮੀਡੀਆ ਕੰਟਰੋਲ ਕੀਤਾ ਹੈ, PTI ਨੂੰ ਵੀ ਚੋਕ ਕਰਨ ਜਾ ਰਹੇ ਨੇ, ਜਿਹੜਾ ਇਹਦੇ ਬਾਵਜੂਦ ਸੋਸ਼ਲ ਮੀਡੀਆ ਦੇ ਉੱਤੇ ਔਰ ਐਪਸ ਜਿਹੜੀਆਂ ਨੇ ਉਹ ਜ਼ਾਹਰ ਹੈ ਕਿ ਬਹੁਤ ਸਾਰੀਆਂ ਸੋਸ਼ਲ ਅਰੀਨਾ ਜੀ ਨੇ, ਬਹੁਤ ਸਾਰੀਆਂ ਕਿ ਸਾਰੀਆਂ ਹੁਣ ਉਹਨਾਂ ਨੂੰ ਚੋਕ ਬੰਦ ਕਰਨ ਦਾ ਮਤਲਬ ਇਹ ਹੈ ਕਿ ਲੋਕਾਂ ਤੋਂ ਉਹ ਪਲੇਟਫਾਰਮ ਵੀ ਖੋਹ ਲੈਣਾ ਜਿਹਦੇ ਰਾਹੀਂ ਉਹ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ ਨੇ ਉਹਨਾਂ ਦੀਆਂ ਗਲਤ ਗੱਲਾਂ ਦੇ ਲਈ। ਔਰ ਇਹ ਖਬਰ ਮੁੱਖ ਤੌਰ ਤੇ ਕਿ ਸੈਂਟਰਲ ਗਵਰਨਮੈਂਟ ਬੈਂਡ 59 mostly Chinese apps on Monday, saying they were prejudicial to sovereignty, integrity and defense of India. ਭਾਈ all of a sudden ਜਿਹੜੀਆਂ ਕਈ ਸਾਲਾਂ ਤੋਂ ਮੋਦੀ 5 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਾ ਹੈ, ਚਾਈਨਾ ਜਾਂਦਾ ਹੈ, 18 ਵਾਰ ਸ਼ੀ ਜਿਨਪਿੰਗ ਨੂੰ ਮਿਲਦਾ ਹੈ, ਉਹਦੇ ਨਾਲ ਝੂਲਾ ਝੂਲਦਾ ਹੈ ਬੈਠ ਕੇ, ਤੇ ਉਦੋਂ ਇਹ ਐਪਸ ਜਾਂ ਦੂਸਰੀਆਂ ਜਿਹੜੀਆਂ ਨੇ ਪ੍ਰੈਜੁਡੀਸ਼ੀਅਲ ਨਹੀਂ ਸੀ ਸੋਵਰਨਿਟੀ ਨੂੰ। ਪਰ ਇਹ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਮਿਨਿਸਟਰੀ ਨੇ ਪੂਰੀ ਲਿਸਟ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਡੇਟਾ ਸਿਕਿਉਰਿਟੀ, safeguarding the privacy of 130 crore Indians। ਹੁਣ ਇਹ ਵੀ ਆਇਆ ਸਾਹਮਣੇ ਵੀ ਲੋਕਾਂ ਨੂੰ ਦੱਸਣ ਲਈ ਪਤਾ ਨਹੀਂ ਕਿੰਨੀਆਂ 10,000 ਕਿ 1 ਲੱਖ ਇਹਨਾਂ ਨੇ ਬੁਲਟ ਪ੍ਰੂਫ ਜੈਕਟਸ ਚਾਈਨਾ ਤੋਂ ਮੰਗਵਾਈਆਂ ਹੋਈਆਂ ਫੌਜ ਦੇ ਲਈ। ਕਹਿੰਦਾ ਵੀ ਹੁਣ ਉਹਨਾਂ ਨੂੰ ਦੇੜ ਕੇ ਦੇਖ ਰਹੇ ਨੇ ਵੀ ਉਹਦੇ ਚ ਵੀ ਚੀਨੀਆਂ ਨੇ ਕੋਈ ਚਿੱਪ ਤਾਂ ਨਹੀਂ ਪਾਈ ਹੋਈ ਵੀ ਪਤਾ ਲੱਗਿਆ ਵੀ ਬੁਲਟ ਪ੍ਰੂਫ ਜੈਕਟ ਜਾ ਕੇ ਜਾ ਵੀ ਤੁਸੀਂ ਕਿਹਨੂੰ ਐਪਸ ਦਾ ਇੰਨਾ ਵੱਡਾ ਕਿਹੜਾ ਖਤਰਾ ਹੈ। ਲੇਕਿਨ ਮੈਂ ਸਮਝਦਾ ਵੀ ਇਹ ਵਾਰ, ਇਹਨੂੰ ਕਹਿੰਦੇ ਨੇ ਵਾਰ ਹਿਸਟੀਰੀਆ, ਇਹ ਬਿਲਕੁਲ ਵਾਰ ਹਿਸਟੀਰੀਆ ਕ੍ਰੀਏਟ ਕਰ ਰਹੇ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ ਕਸ਼ਮੀਰੀਆਂ ਨੂੰ ਉਹਨਾਂ ਨੇ 2 ਆਰਡੀਨੈਂਸ ਜਿਹੜੇ, ਪਹਿਲਾ ਉਹਨਾਂ ਦੀ ਫੂਡ ਮਿਨਿਸਟਰੀ ਜੰਮੂ ਕਸ਼ਮੀਰ ਜੋ ਕਿ ਡਾਇਰੈਕਟਲੀ ਗਵਰਨ ਇੰਡੀਅਨ ਏਜੰਸੀਆਂ ਕਰ ਰਹੀਆਂ, ਉਹਨਾਂ ਦੇ ਡਾਇਰੈਕਟਰ ਨੇ ਜਾਰੀ ਕੀਤਾ ਹੈ, ਜਿਹਦੇ ਚ ਉਹਨਾਂ ਨੇ ਤੇਲ ਕੰਪਨੀਆਂ ਨੂੰ ਕਿਹਾ ਕਿ ਉਹ ਬੋਟਲਿੰਗ ਪਲਾਂਟਸ ਔਰ ਗੋਦਾਮਾਂ ਚ LGP ਦਾ ਘੱਟੋ ਘੱਟ 2 ਮਹੀਨੇ ਤੱਕ ਦਾ ਸਟਾਕ ਇਕੱਠਾ ਕਰ ਰਹੇ ਜੀ, 2 ਮਹੀਨੇ ਦਾ, ਕਿਉਂਕਿ LPG ਸਿਲੰਡਰ ਪਹਿਲਾ ਇਹ ਉਹਨਾਂ ਦਾ ਦੂਜਾ ਜਿਹੜਾ ਆਰਡਰ ਹੈ ਗੰਦਰਬਲ ਜ਼ਿਲ੍ਹੇ ਦਾ ਪੁਲਿਸ ਸੁਪਰਡੈਂਟ ਉਹਨੇ ਕੱਢਿਆ ਔਰ ਉਹਨੇ ਕਿਹਾ ਵੀ ਮਿਡਲ ਤੇ ਹਾਈ ਸਕੂਲ ਦਾ ਸਮੇਤ ਡਿਸਟ੍ਰਿਕਟ ਦੇ 16 ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਕੈਂਪਸਿਸ ਨੇ ਉਹਨਾਂ ਨੂੰ ਐਕਵਾਇਰ ਕਰ ਲਿਆ ਜਾਏ, ਕਿਉਂਕਿ ਇੱਥੇ ਫੌਜ ਔਰ ਸਿਕਿਉਰਿਟੀ ਦਸਤਿਆਂ ਦਾ ਉਹਨਾਂ ਨੇ ਠਹਿਰਾਅ ਕਰਨਾ। ਸੋ ਜ਼ਾਹਰ ਹੈ ਵੀ ਇਹ ਸਾਡੇ ਕੋਲ ਔਰ ਸ਼ਾਇਦ ਉਹਨਾਂ ਦਾ ਬੀਬੀ ਦਾ ਨਾਮ ਰਿਫਤ ਵਾਨੀ ਹੈ, ਜਿਨ੍ਹਾਂ ਨੇ ਇਹ ਸਾਰੇ ਨੂੰ ਓਰੀਜਨਲ ਸਰਕੂਲਰ ਆਪਣੇ ਵੈਬਸਾਈਟ ਤੇ ਵੀ ਪਾਏ, ਸ਼ਾਇਦ ਜਰਮਨ ਚ ਨੇ ਬੇਸਡ ਨੂੰ। ਔਰ ਉਸ ਤੋਂ ਬਾਅਦ ਹੁਣ ਸਰਕਾਰ ਡਿਨਾਇਲ ਮੋਡ ਚਲੀ ਗਈ ਹੈ ਕਿ ਜੀ ਇਹ ਅਸੀਂ ਤਾਂ ਰੂਟੀਨ ਚ ਦਿੱਤਾ ਹੈ ਕਿਉਂਕਿ ਵੈਦਰ ਖਰਾਬ ਹੋ ਸਕਦਾ ਹੈ। ਉਹਨੇ ਕਿਹਾ ਜੀ ਵੈਦਰ ਕਿਹੜਾ, ਸਨੋ ਤਾਂ ਨਹੀਂ ਪੈਣੀ, ਅੱਛਾ ਮਾਨਸੂਨ ਖਰਾਬ ਹੋ, ਮਤਲਬ ਇਹ ਹੈ ਕਿ ਹੁਣ ਕਸ਼ਮੀਰ ਵਾਦੀ ਚ ਉਹਨਾਂ ਨੇ ਲੋਕ ਡਰੇ ਹੋਏ ਨੇ ਕਿ ਭਾਈ ਇਹਨਾਂ ਨੇ ਜਦੋਂ 5 ਅਗਸਤ ਨੂੰ 2019 ਦੇ ਵਿੱਚ ਇਸ ਕਿਸਮ ਦੀ ਕਰਤੂਤ ਕੀਤੀ ਸੀ ਤੇ ਉਦੋਂ ਵੀ ਇਹ ਬਹਾਨਾ ਬਣਾਇਆ ਸੀ ਕਿ ਜੀ ਅਮਰਨਾਥ ਯਾਤਰਾ ਦੇ ਲਈ ਪ੍ਰਬੰਧ ਕੋਈ ਦਹਿਸ਼ਤਗਰਦ ਹਮਲਾ, ਪਰ ਨਾਲ ਦੀ ਨਾਲ ਲੋਕਾਂ ਨੂੰ ਡੱਕ ਕੇ ਅੰਦਰ, ਔਰ ਪਿਛਲੇ 1 ਸਾਲ ਤੋਂ ਫਿਰ ਕਰੋਨਾ, ਫਿਰ ਡਬਲ ਲਾਕਡਾਊਨ ਦੇ ਥੱਲੇ
ਸੋ ਇਸ ਵੇਲੇ ਬਹੁਤ ਜ਼ਿਆਦਾ ਘਬਰਾਹਟ ਹੈ। ਔਰ ਇਸ ਸਾਰੇ ਦੇ ਵਿੱਚ ਉਹ ਪੋਲੀਟੀਕਲ ਸਟਰਕਚਰ ਕੀ ਕੱਢਣਾ ਚਾਹੁੰਦੇ ਨੇ, ਮੈਨੂੰ ਲੱਗਦਾ ਹੈ ਵੀ ਕੋਈ ਇਹਨਾਂ ਦੇ ਇੱਕ ਪਾਸੇ ਵਾਰ ਹਿਸਟੀਰੀਆ ਕ੍ਰੀਏਟ ਕਰਨ ਲਈ ਤੁਹਾਨੂੰ ਕਹੋ ਜੀ 2 ਮਹੀਨੇ ਦੇ ਸਿਲੰਡਰ ਇਕੱਠੇ ਕਰ ਲਓ, ਨਾਲ ਕੋਈ ਨਹੀਂ, ਪੈਨਿਕ ਦੀ ਲੋੜ ਨਹੀਂ ਹੈ, ਤੁਸੀਂ ਪੈਨਿਕ ਕ੍ਰੀਏਟ ਕਰ ਰਹੇ ਹੋ, ਵਾਰ ਹਿਸਟੀਰੀਆ ਕ੍ਰੀਏਟ ਕੀਤਾ ਜਾ ਰਿਹਾ ਹੈ। ਔਰ ਇਸੇ ਤਰੀਕੇ ਨਾਲ ਮੈਂ ਦੇਖਦਾ ਕਿ ਫਾਰੂਕ ਅਬਦੁੱਲਾ 10 ਮਹੀਨੇ ਬਾਅਦ ਪਬਲਿਕ ਦੇ ਵਿੱਚ ਆਉਂਦਾ ਹੈ, ਹਾਲਾਂਕਿ ਉਹਨਾਂ ਨੂੰ ਸੇਫਟੀ ਐਕਟ ਦੇ ਥੱਲੇ ਰਿਲੀਜ਼ ਕੀਤੇ ਆ ਵੀ ਜਿਹੜਾ ਕਾਫੀ ਵਕਤ ਬੀਤ ਚੁੱਕਾ ਹੈ। ਲੇਕਿਨ ਹੁਣ ਫਾਰੂਕ ਅਬਦੁੱਲਾ ਇਹ ਆ ਕੇ ਕਹਿੰਦੇ ਨੇ ਜੀ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀ 5 ਅਗਸਤ ਤੋਂ ਪਹਿਲਾਂ ਕਸ਼ਮੀਰ ਦੀ ਸੀ ਆਰਟੀਕਲ 370 ਦੇ ਨਾਲ ਸਪੈਸ਼ਲ ਸਟੇਟਸ ਵਾਲੀ ਸਿਚੁਏਸ਼ਨ, ਉਹਨੂੰ ਬਹਾਲ ਕੀਤਾ ਜਾਏ। ਸੋ ਉਹ ਜਦੋਂ ਮੈਂ ਸਮਝਦਾ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਤੇ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜੀ ਕੋਈ ਡੀਲ ਹੈ ਇਹ ਅਨਫੋਲਡ ਹੋ ਰਹੀ ਹੈ। ਕੱਲਾ ਇਹੀ ਨਹੀਂ ਹੈ, ਮੈਨੂੰ ਜਿਹੜੀ ਮੇਰੇ ਲਈ ਇਸ ਤੋਂ ਜ਼ਿਆਦਾ ਫਿਕਰ ਵਾਲੀ ਗੱਲ ਹੈ ਉਹ ਇਹ ਹੈ ਕਿ ਸੈਯਦ ਅਲੀ ਸ਼ਾਹ ਗਿਲਾਨੀ, ਜਿਨ੍ਹਾਂ ਨੂੰ ਮੈਂ ਇੱਕ ਰੋਲ ਮਾਡਲ ਲੀਡਰ ਦੇ ਤੌਰ ਤੇ ਦੇਖਦਾ ਹਾਂ, 91 ਸਾਲ ਦੀ ਉਹਨਾਂ ਦੀ ਉਮਰ, ਔਰ ਜਿਵੇਂ ਉਹ ਕਸ਼ਮੀਰੀਆਂ ਦੇ ਹੱਕਾਂ ਲਈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਈ ਖੜੇ ਨੇ। ਲੇਕਿਨ ਇਹ ਅੱਜ ਇੱਕ ਮੈਂ ਸਮਝਦਾ ਵੀ ਇੱਕ ਅਫਸੋਸ ਭਰੀ ਖਬਰ ਹੈ, ਕੱਲੀ ਕਸ਼ਮੀਰੀ ਸਟਰਗਲ ਲਈ ਨਹੀਂ ਜਾਂ ਉਹਨਾਂ ਦੇ ਯੋਧਿਆਂ ਲਈ ਨਹੀਂ, ਸਾਡੀ ਸਟਰਗਲ ਲਈ ਵੀ, ਕਿ ਉਹਨਾਂ ਨੇ ਅੱਜ ਇਹ ਐਲਾਨ ਕੀਤਾ 91 ਸਾਲ ਦੇ ਸੈਯਦ ਅਲੀ ਸ਼ਾਹ ਗਿਲਾਨੀ ਨੇ ਕਿ ਉਹ ਹੁਰੀਅਤ ਕਾਨਫਰੰਸ ਤੋਂ ਅਲੱਗ ਹੋ ਰਹੇ ਨੇ। ਹੁਣ ਇਹ ਹੁਰੀਅਤ ਕਾਨਫਰੰਸ ਉਹਨਾਂ ਦੀ ਲਗਭਗ 47 ਸੈਕਿੰਡ ਦਾ ਇੱਕ ਵੀਡੀਓ ਆਡੀਓ ਕਲਿੱਪ ਹੈ, ਜਿਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਹੁਰੀਅਤ ਕਾਨਫਰੰਸ ਦੇ ਅੰਦਰ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਕਰਕੇ ਮੈਂ ਇਸ ਤੋਂ ਅਲੱਗ ਹੋ ਰਿਹਾ। ਔਰ ਇਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹਦਾ ਕਾਰਨ ਇਹ ਨਹੀਂ ਹੈ ਕਿ ਕੋਈ ਸਰਕਾਰ ਦੀਆਂ ਸਖਤ ਨੀਤੀਆਂ ਮੈਂ ਪਹਿਲਾਂ ਵੀ ਹਟਾਈਆਂ ਹੋਈਆਂ ਨੇ ਜਾਂ ਮੈਂ ਹੁਣ ਬੁੱਢਾ ਹੋ ਗਿਆ, ਨਹੀਂ ਕਿ ਮੈਂ ਬਿਮਾਰ ਰਹਿੰਦਾ, ਇਹ ਕਾਰਨ ਨਹੀਂ ਹੈ। ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਖਰਾਬ ਸਿਹਤ ਹੋਣ ਦੇ ਬਾਵਜੂਦ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਕੋਈ ਕਿਸੇ ਨੇ ਇਸ ਦੇ ਉੱਤੇ ਕੰਨ ਨਹੀਂ ਧਰਿਆ, ਕਿਉਂਕਿ ਲੱਗਦਾ ਵੀ ਤੁਹਾਨੂੰ ਮੈਂ ਇਹ ਲੱਗਾ ਕਿ ਮੈਂ ਤੁਹਾਡੀ ਜਵਾਬਦੇਹੀ ਕਰਾਂਗਾ। ਔਰ ਇਹਦੇ ਚ ਜਿਹੜਾ ਫੰਡਾਂ ਦਾ ਗਲਤ ਇਸਤੇਮਾਲ ਹੋਣਾ ਔਰ ਇਹ ਜਿਹੜਾ ਇਸ ਸਾਰੇ ਚ ਗਲਤ ਕਦਮ ਵੀ ਜਿਹੜੇ ਤੁਸੀਂ ਮੂਵਮੈਂਟ ਦੇ ਖਾਤੇ ਚ ਪਾਏ, ਉਹਨਾਂ ਨੂੰ ਦੇਖਦੇ ਹੋਇਆ ਮੈਂ ਜਿਹੜਾ ਔਰ ਮੈਂ ਉਹਨਾਂ ਨੇ ਕਿਹਾ ਕਿ ਮੈਂ ਦੇਖ ਰਿਹਾ ਕਿ ਤੁਹਾਡੇ ਚ ਉਹ ਵਿਲ ਨਹੀਂ ਹੈ ਕਿ ਜਿਹੜੀਆਂ ਭਾਰਤ ਸਰਕਾਰ ਨੇ ਨੀਤੀਆਂ ਗਲਤ ਲਾਗੂ ਕੀਤੀਆਂ ਨੇ, ਜੋ ਜ਼ਬਰ ਔਰ ਜ਼ੁਲਮ ਦੀ ਚੱਕੀ ਘੁਮਾਈ ਹੋਈ ਹੈ, ਉਹਦੇ ਖਿਲਾਫ ਖਲੋਣ ਚ ਤੁਹਾਡੇ ਚ ਜਿਹੜਾ ਉਹਦੇ ਖਿਲਾਫ ਲੜਨ ਦੀ ਹਿੰਮਤ ਮੈਨੂੰ ਨਹੀਂ ਲੱਗਦੀ। ਔਰ ਇਹ ਮੈਂ ਤਾਂ ਆਪਣਾ ਜਿਹੜਾ ਸੰਘਰਸ਼ ਜਾਰੀ ਰੱਖਾਂਗਾ ਆਪਣੇ ਢੰਗ ਦੇ ਨਾਲ, ਜੋ ਮੈਨੂੰ ਲੱਗਦਾ ਹੈ ਠੀਕ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਇੱਕ ਸੈਟਬੈਕ ਹੈ, ਕਿਉਂਕਿ ਜ਼ਾਹਿਰ ਹੈ ਵੀ ਜਦੋਂ ਹੁਣ ਇਹ ਕਹਿ ਰਹੇ ਨੇ ਸੈਯਦ ਅਲੀ ਸ਼ਾਹ ਗਿਲਾਨੀ ਕਿ ਭਾਈ ਮੈਂ ਤੁਹਾਨੂੰ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਨਹੀਂ ਮਿਲੇ। ਔਰ ਇਸ ਤੋਂ ਇਹ ਲੱਗਦਾ, ਦੇਖੋ ਅਸੀਂ ਪੰਜਾਬ ਦਾ ਆਰਮਡ ਸੰਘਰਸ਼ ਖਾਲਿਸਤਾਨੀ ਯੋਧਿਆਂ ਨੂੰ ਕਿਵੇਂ, ਜਿਹੜੇ ਬਹੁਤ ਬਹਾਦਰੀ ਔਰ ਅਡਿੱਗ ਰਹਿਣ ਵਾਲੇ ਸੀ, ਉਹਨਾਂ ਦਾ ਫਿਰ ਹਕੂਮਤ ਜਾਂ ਏਜੰਸੀਆਂ ਦਾ ਹੁੰਦਾ ਸੀ ਕਿ ਇਹਨਾਂ ਦੇ ਜਿਹੜੇ ਖੱਬੇ ਸੱਜੇ ਨੇ ਬੰਦੇ ਜਿਹੜੇ ਇਹਨਾਂ ਦੇ ਇਤਬਾਰਯੋਗ, ਉਹ ਪੱਟ ਦੋ, ਉਹਨਾਂ ਨੂੰ ਡਰਾ ਲੈਣ, ਧਮਕਾ ਲੈਣ, ਉਹਨਾਂ ਦੀਆਂ ਘਰ ਵਾਲੀਆਂ ਚੁੱਕ ਕੇ ਲੈ ਜਾਣ, ਭੈਣਾਂ ਨੂੰ ਚੁੱਕ ਲੈਣ, ਕਿ ਉਹਨਾਂ ਨੂੰ ਉਹ ਡਰਾ ਦਿੰਦੇ ਸੀ। ਫਿਰ ਉਹਨਾਂ ਤੋਂ ਇੱਕੋ ਹੀ ਹੁੰਦਾ ਸੀ ਵੀ ਅਸੀਂ ਇਹ ਸਭ ਛੱਡ ਦਿਆਂਗੇ, ਸਾਨੂੰ ਉਸ ਤੱਕ ਪਹੁੰਚ ਕਰਾਓ। ਸਾਡੇ ਬਹੁਤ ਸਾਰੇ ਜੁਝਾਰੂ ਯੋਧੇ ਜਿਹੜੇ ਅਦਰਵਾਈਜ਼ ਕਦੇ ਨਾ ਡੋਲਣ ਵਾਲੇ ਸੀ, ਉਹਨਾਂ ਦੀਆਂ ਸ਼ਹੀਦੀਆਂ ਦੇ ਪਿੱਛੇ ਇਸ ਕਿਸਮ ਦਾ ਪ੍ਰੈਸ਼ਰ ਟੈਕਟਿਕ ਨੇ ਕੰਮ ਕੀਤਾ। ਸੋ ਮੈਂ ਸਮਝਦਾ ਵੀ ਜਿਹੜੇ ਓਵਰਗਰਾਉਂਡ ਦੇ ਵਿੱਚ ਇਹ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਇਹ ਹੋਣ ਜਾਂ ਮਹਿਬੂਬਾ ਮੁਫਤੀ ਹੋਏ ਜਾਂ ਕੋਈ ਹੋਰ, ਉਹ ਤਾਂ ਪਹਿਲਾਂ ਹੀ ਧਿਰਾਂ ਕਾਣੀਆਂ ਕੀਤੀਆਂ ਹੋਈਆਂ ਉਹਨਾਂ ਨੇ। ਔਰ ਇਸ ਸਾਰੇ ਦੇ ਵਿੱਚ ਹੁਰੀਅਤ ਕਾਨਫਰੰਸ ਜਿਹੜੀ ਇਲੈਕਸ਼ਨ ਸਿਸਟਮ ਚ ਪਾਰਟਿਸਿਪੇਟ ਨਹੀਂ ਸੀ ਕਰਦੀ, ਔਰ ਸੈਯਦ ਅਲੀ ਸ਼ਾਹ ਗਿਲਾਨੀ ਵਰਗਾ ਬੰਦਾ ਜਿਹੜਾ ਨਾ ਵਿਕਣ ਵਾਲਾ ਨਾ ਝੁਕਣ ਵਾਲਾ ਇਹਨਾਂ ਨੂੰ ਮਿਲਿਆ ਹੋਇਆ ਸੀ, ਇਹਨਾਂ ਨੇ ਕੀਤਾ ਵੀ ਹੁਰੀਅਤ ਕਾਨਫਰੰਸ ਦੇ ਪਹਿਲਾਂ ਤਾਂ ਉਹਨਾਂ ਦੇ ਬੰਦੇ ਵੀ ਚੁੱਕੇ, ਉਹਨਾਂ ਨੂੰ ਕਿਸੇ ਤੇ ਮਨੀ ਲਾਂਡਰਿੰਗ ਪਾਈ, ਕਿਸੇ ਤੇ ਹੋਰ ਪਾਇਆ, ਹੋ ਸਕਦਾ ਉਹਨਾਂ ਚੋਂ ਜਿਵੇਂ ਇਹਨਾਂ ਨੇ ਕਿਹਾ ਕੁਛ ਨੇ ਫੰਡਸ ਦਾ ਮਿਸਯੂਜ਼ ਵੀ ਕੀਤਾ ਹੋਏ। ਹੁਣ ਜਦੋਂ ਕੋਈ ਕਮਜ਼ੋਰੀ ਦੁਸ਼ਮਣ ਦੇ ਹੱਥ ਆਉਂਦੀ ਆ, ਤੁਹਾਨੂੰ ਫਿਰ ਬਲੈਕਮੇਲ ਕਰਦਾ ਹੈ, ਫਿਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਵੀ ਤੁਹਾਡੇ ਤੇ ਅਸੀਂ ਕੇਸ ਵਾਪਸ ਲੈ ਲੈਣੇ, ਅੱਗੋਂ ਤੁਹਾਨੂੰ ਨਹੀਂ ਟਾਰਚਰ ਕਰਦੇ ਜਾਂ ਹਰਾਸ ਕਰਦੇ ਜਾਂ ਅੰਦਰ ਰੱਖਦੇ, ਤੁਸੀਂ ਨਾਤਾ ਤੋੜ ਲਓ। ਔਰ ਉਹਨਾਂ ਨੇ ਉਸ ਬਜ਼ੁਰਗ ਬੁੱਢੇ ਸ਼ੇਰ ਨੇ ਇਹ ਮਹਿਸੂਸ ਕੀਤਾ ਹੋਣਾ ਕਿ ਮੈਂ ਇਕੱਲਾ ਰਹਿ ਗਿਆ। ਔਰ ਮੈਂ ਕਿਉਂਕਿ 30-35 ਸਾਲ ਤੋਂ ਇਹ ਸਾਰੇ
ਸੰਘਰਸ਼ ਦਾ ਹਿੱਸਾ ਹੋਣ ਦੇ ਨਾਤੇ ਅਸੀਂ ਆਪਣੇ ਇੱਥੋਂ ਦੇ ਕੰਟੈਕਸਟ ਵੀ ਦੇਖ ਰਹੇ ਹਾਂ, ਆਪਣੇ ਸੰਘਰਸ਼ ਵੀ ਦੇਖ ਰਹੇ ਹਾਂ ਕਿ ਕਿਵੇਂ ਖੱਬੇ ਸੱਚੇ ਹੁੰਦੇ ਨੇ ਲੋਕ, ਕਿਵੇਂ ਕੀਤੇ ਜਾਂਦੇ ਨੇ, ਕਿਵੇਂ ਇੰਡੀਵਿਜੂਅਲ ਈਗੋ ਜਿਹੜੀ ਹੈ ਉਹ ਤੁਹਾਨੂੰ ਕਿੱਥੋਂ ਕਿੱਥੇ ਤੱਕ ਲੈ ਜਾਂਦੀ ਹੈ। ਤੁਹਾਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਭਾਈ ਤੁਹਾਡਾ ਕੌਣ ਹੈ ਜਿਹਨੇ ਤੁਹਾਨੂੰ ਲਿਆ ਕੇ ਇਸ ਲੈਵਲ ਤੱਕ ਜਿਹੜਾ ਖੜਾ ਕੀਤਾ ਹੈ। ਬਹੁਤ ਵਾਰੀ ਹੁੰਦਾ ਹੈ ਜੀ ਫਲਾਣੇ ਨੇ ਗਰੂਮ ਕੀਤਾ, ਗਰੂਮਿੰਗ ਤਾਂ ਆਪਣੀ ਥਾਂ, ਜਿਹਨੂੰ ਕੀਤਾ ਹੁੰਦਾ ਹੈ ਗਰੂਮ, ਉਹੀ ਸਭ ਤੋਂ ਪਹਿਲਾਂ ਉਹਨੂੰ ਢਾਣ ਵਾਲਾ ਆਉਂਦਾ ਹੈ, ਜਿਹਨੂੰ ਕਹਿੰਦੇ ਨੇ ਕਿ ਬਈ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ। ਪਰ ਮੈਨੂੰ ਇਹ ਖਬਰ ਦੇਖ ਕੇ ਜਿੱਥੇ ਮੈਂ ਸਮਝਦਾ ਵੀ ਸੈਯਦ ਅਲੀ ਸ਼ਾਹ ਗਿਲਾਨੀ ਇੱਕ ਸਕਾਲਰਲੀ, ਸਾਰੀ ਇਹਨਾਂ ਦੀਆਂ ਗੇਮਾਂ ਨੂੰ ਸਮਝਣ ਵਾਲੇ, ਕਿਉਂਕਿ ਪਹਿਲਾਂ ਜਮਾਇਤ ਇਸਲਾਮੀ ਚੋਂ ਆਏ, 14-15 ਸਾਲ ਐਮਐਲਏ ਵੀ ਸੀ ਜੰਮੂ ਕਸ਼ਮੀਰ ਅਸੈਂਬਲੀ ਦੇ, ਸਾਰੇ ਸਿਸਟਮ ਨੂੰ ਦੇਖਿਆ ਹੋਇਆ ਸੀ ਔਰ ਇਹੀ ਇੱਕ ਆਵਾਜ਼ ਸੀ। ਹਾਲਾਂ ਮੀਰਵਾਇਜ਼ ਉਮਰ ਫਾਰੂਕ ਰਿਲੇਟਿਵਲੀ ਯੰਗ, ਸਫਰ ਵੀ ਉਹਨਾਂ ਨੇ ਕੀਤਾ ਹੋਇਆ, ਪਰ ਉਹਨਾਂ ਨੂੰ ਮੋਡਰੇਟ ਕਰਕੇ ਇਸ ਲਈ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਹਕੂਮਤ ਨੂੰ ਹਮੇਸ਼ਾ ਲੱਗਦਾ ਰਿਹਾ ਵੀ ਉਹਨਾਂ ਦੇ ਨਾਲ ਕੋਈ ਡੀਲ ਬਣਾਈ ਜਾ ਸਕੇ। ਪਰ ਸੈਯਦ ਅਲੀ ਸ਼ਾਹ ਗਿਲਾਨੀ ਉਸ ਕਿਲੇ ਦੇ ਵਿੱਚ ਹੀ ਰਹੇ ਜਿਹੜਾ ਕਿਲਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਲੋਕਾਂ ਤੋਂ ਰਾਏ ਸ਼ੁਮਾਰੀ ਦੇ ਨਾਲ ਇਹ ਜਾਣਨਾ ਕਿ ਉਹ ਕੀ ਚਾਹੁੰਦੇ ਨੇ। ਸੋ ਇਸ ਸਾਰੇ ਦੌਰ 'ਚ ਇੱਕ ਪਾਸੇ ਵਾਰ ਹਿਸਟੀਰੀਆ ਖੜਾ ਕੀਤਾ ਗਿਆ, ਦੂਸਰੇ ਪਾਸੇ ਇਹ ਜਿਹੜਾ ਕੋਇਸਿਵ ਡਿਪਲੋਮੇਸੀ ਰਾਹੀਂ ਉਹਨਾਂ ਨੇ ਈਵਨ ਹੁਰੀਅਤ ਕਾਨਫਰੰਸ ਦੇ ਅੰਦਰ ਵੀ ਜਿਹੜਾ ਹੈ ਉਹ ਸਨ ਲਾ ਲਈ। ਨਤੀਜੇ ਦੇ ਤੌਰ ਤੇ ਅੱਜ ਇਹ ਬਜ਼ੁਰਗ ਸ਼ੇਰ ਜਿਹੜਾ ਹੈ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦਾ ਹੈ, ਪਰ ਇਹ ਆਪਣੇ ਲੋਕਾਂ ਨਾਲ ਕਮਿਟਮੈਂਟ ਹੁੰਦੀ ਹੈ ਕਿ ਭਾਈ ਮੈਂ ਤੁਹਾਡੇ ਇਸ ਕਿਸਮ ਦੇ ਕਿਸੇ ਦਬਾਅ ਥੱਲੇ ਆਉਣ ਵਾਲਾ ਨਹੀਂ ਹੈ। ਠੀਕ ਹੈ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਖੜਾ ਹੀ ਹੈ, ਅਖੀਰਲੇ ਸਾਹ ਤੱਕ ਜਾਵਾਂਗਾ, ਪਰ ਮੈਂ ਹੁਣ ਇਹ ਤੁਹਾਡੇ ਕਿਸੇ ਝੂਠ ਨੂੰ ਜਾਂ ਤੁਹਾਡੇ ਜਿਹੜੇ ਤੁਸੀਂ ਕਮਜ਼ੋਰ ਹੋਏ ਲੋਕ ਹੋ ਤੁਹਾਨੂੰ ਮੈਂ ਕਵਰ ਨਹੀਂ ਦਿਆਂਗਾ। ਇਹ ਇੱਕ ਸੈਡ ਨਿਊਜ਼ ਹੈ ਔਰ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਹੈ ਜਿਵੇਂ ਫਾਰੂਕ ਅਬਦੁੱਲਾ ਬਾਹਰ ਆਇਆ ਹੈ ਔਰ ਹੁਣ ਪਬਲਿਕ ਅਪੀਅਰੈਂਸ ਦਿੱਤੀ ਹੈ, ਜਾਂ ਦੂਜੇ ਆਉਣ ਵਾਲੇ ਪੀਰੀਅਡ 'ਚ ਅਸੀਂ ਉਹ ਸਾਰਾ ਟ੍ਰੇਟਰਸ ਦਾ ਇੱਕ ਨੈਟਵਰਕ ਦੇਖਾਂਗੇ ਜਿਹਨਾਂ ਨੂੰ ਭਾਰਤੀ ਏਜੰਸੀਆਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਥੋਪਣਗੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਅਪਡੇਟ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।